ਗੁਰੂ ਰੂਪ ਸਾਧ ਸੰਗਤ ਜੀਓ, ਗੱਜ ਕੇ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਹਿਜ ਪਾਠ ਕਰਦਿਆਂ ਸ਼ਲੋਕ 12 ਤੇ ਵਧੇਕ ਵਿੱਚ ਕਈ ਵਾਰੀ ਅਸੀਂ ਇਹ ਤੁਕਾਂ ਜ਼ਰੂਰ ਪੜ੍ਹੀਆਂ ਹੋਣਗੀਆਂ, ਸਾਡਾ ਧਿਆਨ ਗਿਆ ਹੋਏਗਾ। ਜੋ ਤੋ ਪ੍ਰੇਮ ਖੇਲਨ ਕਾ ਚਾਓ, ਸਿਰ ਧਰ ਤਲੀ ਗਲੀ ਮੁਰੀ ਆਓ। ਇਤ ਮਾਰਗ ਪੈਰ ਤਰੀਜੇ, ਸਿਰ ਦੀਜੇ ਕਾਣ ਨਾ ਕੀਜੇ। ਇਹਨਾਂ ਤੁਕਾਂ ਨੂੰ ਸੱਚ ਕਰਕੇ ਦਿਖਾਉਣ ਵਾਲੇ ਪੂਰਨ ਗੁਰਸਿੱਖ ਅਤੇ ਸਿਰ ਨੂੰ ਤਲੀ 'ਤੇ ਰੱਖ ਕੇ ਸ਼ਹੀਦੀ ਪ੍ਰਾਪਤ ਕਰਨ ਵਾਲੇ ਸੂਰਬੀਰ ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ ਦਾ ਜਨਮ ਦਿਨ ਕੱਲ੍ਹ ਹੈ। ਇਸ ਕਰਕੇ ਉਹਨਾਂ ਦੇ ਜੀਵਨ ਉੱਤੇ ਝਾਤ ਮਾਰਨੀ ਬਹੁਤ ਜ਼ਰੂਰੀ ਹੈ। ਹਰਿਮੰਦਰ ਸਾਹਿਬ ਜੀ ਦੀ ਬੇਅਦਬੀ ਨੂੰ ਰੋਕਣ ਅਤੇ ਪਵਿੱਤਰਤਾ ਨੂੰ ਕਾਇਮ ਰੱਖਣ ਲਈ ਜੋ ਲਾਜਵਾਬ ਸ਼ਹੀਦੀ ਉਹਨਾਂ ਨੇ ਦਿੱਤੀ, ਉਸ ਦੀ ਗਾਥਾ ਕਥਨ ਕਰਨ ਤੋਂ ਬਾਹਰ ਹੈ। ਇੱਕ ਹੱਥ ਵਿੱਚ ਖੰਡਾ ਅਤੇ ਦੂਸਰੇ ਹੱਥ ਵਿੱਚ ਉਹਨਾਂ ਦਾ ਸੀਸ ਵਾਲੀਆਂ ਤਸਵੀਰਾਂ ਅਕਸਰ ਸਭ ਨੇ ਦੇਖੀਆਂ ਨੇ, ਔਰ ਅੰਮ੍ਰਿਤਸਰ ਸੰਗਤਾਂ ਦੀ ਆਵਾਜਾਈ ਦੇ ਹਿਸਾਬ ਨਾਲ ਉਹਨਾਂ ਦੇ ਯਾਦਗਾਰੀ ਅਸਥਾਨ ਸ਼ਹੀਦ ਗੰਜ ਦੇ ਦਰਸ਼ਨ ਵੀ ਸਭ ਨੇ ਕੀਤੇ ਹੋਣਗੇ। ਖੈਰ, ਅਸੀਂ ਉਹਨਾਂ ਦੇ ਜਨਮ ਔਰ ਬਚਪਨ ਦੇ ਬਾਰੇ ਜਾਣਨ ਵਾਸਤੇ ਚਲੀਏ ਸੂਰਤ ਰਾਹੀਂ ਅਸੀਂ ਚੱਲਦੇ ਹਾਂ ਅੰਮ੍ਰਿਤਸਰ ਦੇ ਨੇੜੇ ਪਿੰਡ ਪਹੂਵਿੰਡ ਵਿੱਚ। ਅੰਮ੍ਰਿਤ ਵੇਲੇ ਦਾ ਸਮਾਂ ਹੈ। ਇੱਕ ਖੇਤ ਵਿੱਚ ਗੁਰੂ ਦੇ ਪਿਆਰ ਵਾਲੇ ਗੁਰਸਿੱਖ ਭਾਈ ਭਗਤੂ ਅਤੇ ਉਹਨਾਂ ਦੀ ਪਤਨੀ ਮਾਤਾ ਜੀਵਨੀ ਖੇਤ ਵਿੱਚ ਬੈਠੇ ਅਤੇ ਕਮਾਦ ਦੀ ਫਸਲ ਕੱਟ ਕੇ ਗੁੜ ਬਣਾਉਣ ਵਾਸਤੇ ਵੇਲਣਾ ਜੋੜਨ ਨੂੰ ਤਿਆਰ ਬੈਠੇ ਹਨ। ਪਰ ਹੋਰ ਬੰਦਿਆਂ ਦੀ ਲੋੜ ਸੀ। ਪਿੰਡ ਵਿੱਚੋਂ ਕੋਈ ਬੰਦਾ ਐਸਾ ਨਹੀਂ ਮਿਲਿਆ ਅਤੇ ਉਹਨਾਂ ਨੇ ਕਿਹਾ ਹਿੰਮਤ ਕਰਕੇ ਆਪੇ ਹੀ ਸ਼ੁਰੂ ਕਰ ਲੈਂਦੇ ਹਾਂ। ਇੰਨੀ ਦੇਰ ਵਿੱਚ ਕੀ ਹੋਇਆ ਕਿ ਇੱਕ ਗੁਰਸਿੱਖ ਆ ਗਿਆ ਅਤੇ ਉਸਨੇ ਆ ਕੇ ਕੀ ਕਿਹਾ, ਗੁਰਸਿੱਖੋ ਸਤਿ ਕਰਤਾਰ। ਉਹਨਾਂ ਨੇ ਆਵਾਜ਼ ਸੁਣ ਕੇ ਉਹ ਗਦਗਦ ਹੋ ਗਏ ਕਿ ਗੁਰੂ ਦਾ ਸਿੱਖ ਸਾਡੇ ਕੋਲ ਆਇਆ ਹੈ, ਸਾਡੇ ਖੇਤ ਵਿੱਚ ਆਇਆ ਹੈ। ਉਹਨਾਂ ਨੇ ਬੜੇ ਸਤਿਕਾਰ ਨਾਲ ਉਸ ਨੂੰ ਬਿਠਾਇਆ ਅਤੇ ਬੜੇ ਪਿਆਰ ਨਾਲ ਬਾਜਰੇ ਦੀ ਰੋਟੀ ਉੱਤੇ ਮੱਖਣ ਰੱਖ ਕੇ ਅਤੇ ਨਾਲ ਲੱਸੀ ਦੀ ਸੇਵਾ ਕੀਤੀ। ਉਸ ਵਕਤ ਮਾਤਾ ਜੀਵਣੀ ਦੇ ਅੱਖਾਂ ਸਾਹਮਣੇ ਬਾਬੇ ਬੁੱਢੇ ਦੀ ਵਾਲੀ ਸਾਖੀ ਆ ਗਈ ਅਤੇ ਮਨ ਵਿੱਚ ਖਿਆਲ ਆ ਗਿਆ ਕਿ ਸ਼ਾਇਦ ਮੈਨੂੰ ਵੀ ਕੋਈ ਖੈਰ ਪੈ ਜਾਏ। ਪ੍ਰਸ਼ਾਦਾ ਛਕ ਕੇ ਆਨੰਦ ਪ੍ਰਸੰਨ ਹੋ ਗਿਆ ਗੁਰਸਿੱਖ, ਅਤੇ ਉਹਨਾਂ ਨੇ ਪੁੱਛਿਆ ਕਿ ਤੁਹਾਡਾ ਖੇਤ ਬੜਾ ਵੱਡਾ ਹੈ, ਤੁਹਾਡੀ ਖੇਤੀ, ਤੁਹਾਡੇ ਪ੍ਰਸ਼ਾਦੇ ਦੇ ਵਿੱਚ ਅੰਮ੍ਰਿਤ ਦਾ ਸਵਾਦ ਹੈ, ਲੇਕਿਨ ਮੈਂ ਦੇਖਿਆ ਕਿ ਤੁਹਾਡੇ ਖੂਹ ਦੇ ਨੇੜੇ ਕੋਈ ਬੱਚਾ ਮੈਨੂੰ ਦਿਖਾਈ ਨਹੀਂ ਦਿੱਤਾ। ਜਦੋਂ ਇਹ ਗੱਲ ਸੁਣੀ ਅਤੇ ਮਾਤਾ ਜੀਵਣੀ ਦੇ ਅੱਖਾਂ ਵਿੱਚ ਹੰਝੂ ਆ ਗਏ। ਉਹ ਹੰਝੂ ਵੇਖਦੇ ਹੋਏ ਕਿਉਂਕਿ ਉਹ ਹੰਝੂ ਕਿਸ ਗੱਲ ਦੇ ਸਨ? ਕਿਉਂਕਿ 15 ਸਾਲ ਤੋਂ ਔਲਾਦ ਵਾਸਤੇ ਉਹ ਤਰਸ ਰਹੇ ਸਨ। ਉਹਨਾਂ ਦੇ ਘਰ ਕੋਈ ਔਲਾਦ ਨਹੀਂ ਸੀ। ਗੁਰਸਿੱਖ ਨੇ ਜਦੋਂ ਮਾਤਾ ਦੇ ਅੱਖਾਂ 'ਚ ਹੰਝੂ ਦੇਖੇ ਅਤੇ ਸਹਿਜ ਸੁਭਾਅ ਉਹਨਾਂ ਦੇ ਮੂੰਹ ਚੋਂ ਕੀ ਨਿਕਲਿਆ, ਹੌਸਲਾ ਰੱਖੋ ਮਾਤਾ ਜੀ, ਤੁਹਾਡੀ ਵੇਲ ਵਧੇਗੀ, ਤੁਹਾਡੇ ਘਰ ਮਹਾਬਲੀ ਸੂਰਮਾ ਬੇਟਾ ਆਏਗਾ। ਇਹ ਗੱਲ ਸੁਣ ਕੇ ਮਾਤਾ ਜੀਵਨੀ ਨੂੰ ਲੱਗਿਆ ਕਿ ਜਿਵੇਂ ਸਤਿਗੁਰੂ ਜੀ ਆਪ ਹੀ ਬਾਬਾ ਬੁੱਢਾ ਜੀ ਕੋਲੋਂ ਉਸ ਨੂੰ ਪੁੱਤਰ ਦਾ ਵਰ ਦਿਵਾ ਰਹੇ ਹਨ। ਖੈਰ, ਉਹ ਸਿੱਖ 4-5 ਦਿਨ ਤੱਕ ਉਹਨਾਂ ਦੇ ਕੋਲ ਹੀ ਰਿਹਾ। ਉਹਨਾਂ ਨੇ ਬੜੇ ਪਿਆਰ ਨਾਲ ਰੱਖਿਆ, ਉਸਨੂੰ ਬਹੁਤ ਮਦਦ ਕੀਤੀ, ਗੁੜ ਬਣਾਉਣ ਵਿੱਚ ਬੜਾ ਕੰਮ ਕੀਤਾ। ਅਤੇ ਇੱਕ ਦਿਨ ਬਿਨਾਂ ਦੱਸੇ ਹੀ ਉਹ ਪਤਾ ਨਹੀਂ ਕਿੱਥੇ ਚਲਾ ਗਿਆ। ਮੁੜ ਕੇ ਕਦੇ ਉਹਦੇ ਦਰਸ਼ਨ ਨਹੀਂ ਹੋਏ। ਪਤਾ ਨਹੀਂ ਉਹ ਕਿਸ ਰੂਪ ਵਿੱਚ ਗੁਰੂ ਮਹਾਰਾਜ ਸ਼ਾਇਦ ਆਪ ਹੀ ਆਏ ਸਨ। ਪਰ ਉਸਦੇ ਬਚਨ ਜਿਹੜੇ ਸਨ ਉਹ ਫਲੀਭੂਤ ਹੋਏ, ਔਰ ਅਗਲੇ ਹੀ ਸਾਲ ਉਹਨਾਂ ਦੇ ਘਰ ਪੁੱਤਰ ਦਾ ਜਨਮ ਹੋਇਆ। ਸਾਰੇ ਪਿੰਡ ਵਿੱਚ ਖੁਸ਼ੀਆਂ ਮਨਾਈਆਂ ਗਈਆਂ ਅਤੇ ਉਸ ਦਾ ਨਾਮ ਰੱਖਿਆ ਦੀਪਾ। ਹੁਣ ਉਸ ਬੱਚੇ ਨੂੰ ਉਹਨਾਂ ਨੇ ਬੜੇ ਹੀ ਪਿਆਰ ਨਾਲ ਪਾਲਿਆ ਅਤੇ ਗੁਰੂ ਘਰ ਨਾਲ ਜੋੜਿਆ, ਗੁਰਬਾਣੀ ਨਾਲ ਜੋੜਿਆ, ਔਰ 15 ਸਾਲ ਦੀ ਉਮਰ ਵਿੱਚ ਹੀ ਉਹ ਇਤਨਾ ਉੱਚਾ ਲੰਮਾ ਗੱਭਰੂ ਜਵਾਨ ਨਿਕਲਿਆ ਕਿ ਸਾਰੇ ਲੋਕ ਦੇਖ ਕੇ ਹੈਰਾਨ ਹੁੰਦੇ ਸਨ ਕਿ ਕਿਤਨਾ ਸੁੰਦਰ ਔਰ ਕਿਤਨਾ ਸੁਡੋਲ ਸਰੀਰ ਵਾਲਾ ਉਹ ਬੱਚਾ ਜਿਹੜਾ ਉਹ ਵੱਡਾ ਜਵਾਨ ਹੋਇਆ ਸੀ। ਗੱਲ ਉਹਨਾਂ ਦਿਨਾਂ ਦੀ ਹੈ ਜਦੋਂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਅੰਮ੍ਰਿਤ ਛਕਾ ਕੇ ਖਾਲਸਾ ਪੰਥ ਦੀ ਸਾਜਨਾ ਕੀਤੀ। ਹੌਲੀ ਹੌਲੀ ਖਬਰਾਂ ਜਿਹੜੀਆਂ ਸਨ ਉਹ ਪਿੰਡਾਂ ਵਿੱਚ ਪਹੁੰਚੀਆਂ। ਸੋ ਇਹ ਖਬਰ ਜਿਹੜੀ ਸੀ ਇਹ ਪਹੂਵਿੰਡ ਵਿੱਚ ਪਹੁੰਚੀ। ਜਦੋਂ ਪਹੂਵਿੰਡ ਦੇ ਵਿੱਚ ਇਸ ਦੇ ਬਾਰੇ ਚਰਚਾ ਹੋਈ ਤਾਂ ਦੀਪੇ ਨੇ ਬਹੁਤ ਜ਼ਿੱਦ ਕੀਤੀ ਮਾਤਾ ਜੀ ਪਿਤਾ ਜੀ ਨੂੰ ਲੈ ਕੇ ਕਿ ਅਸੀਂ ਚੱਲੀਏ ਅਨੰਦਪੁਰ ਸਾਹਿਬ, ਚੱਲੀਏ ਮਹਾਰਾਜ ਦੇ ਦਰਸ਼ਨ ਕਰੀਏ। ਖੈਰ, ਕਰਦੇ ਕਰਦੇ ਉਸ ਦੀ ਗੱਲ ਨੂੰ ਕੋਈ ਮੋੜਦਾ ਤਾਂ ਹੈ ਹੀ ਨਹੀਂ ਸੀ। ਸੋ ਪਿੰਡ ਵਿੱਚੋਂ ਸੰਗ ਦੇ ਨਾਲ ਚੱਲੇ ਅਤੇ ਉਹ ਕਿੱਥੇ ਪਹੁੰਚੇ? ਅਨੰਦਪੁਰ ਸਾਹਿਬ ਪਹੁੰਚੇ। ਅਨੰਦਪੁਰ ਸਾਹਿਬ ਜਦੋਂ ਪਹੁੰਚ ਗਏ ਅਤੇ ਦਰਸ਼ਨ ਦੇਖ ਕੇ ਗੁਰੂ ਮਹਾਰਾਜ ਦੇ ਦਰਸ਼ਨ ਕਰਕੇ ਨਿਹਾਲ ਹੋ ਗਏ ਅਤੇ ਮਾਤਾ ਪਿਤਾ ਸਮੇਤ ਦੀਪੇ ਨੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਕੋਲੋਂ ਅੰਮ੍ਰਿਤ ਛਕਿਆ। ਅੰਮ੍ਰਿਤ ਛਕ ਕੇ
ਉਹਨਾਂ ਦੇ ਨਾਮ ਕੀ ਹੋ ਗਏ? ਭਗਤ ਸਿੰਘ, ਤੇ ਮਾਤਾ ਦਾ ਨਾਮ ਜੀਵਨ ਕੌਰ, ਔਰ ਦੀਪੇ ਦਾ ਨਾਮ ਦੀਪ ਸਿੰਘ। ਸੋ ਉਹ ਦੀਪ ਸਿੰਘ ਤੇ ਸਾਰਾ ਪਰਿਵਾਰ ਕੁਝ ਦਿਨ ਉੱਥੇ ਰਹੇ, ਔਰ ਦਿਨ ਰਾਤ ਉਹ ਸੇਵਾ ਕਰਦੇ ਰਹੇ, ਸਿਮਰਨ ਕਰਦੇ ਰਹੇ, ਸੇਵਾ ਅਤੇ ਸਿਮਰਨ ਵਿੱਚ ਹੀ ਲੱਗੇ ਰਹੇ। ਪਰ ਗ੍ਰਸਤੀ ਸਨ। ਆਖਿਰ ਕੁਝ ਦਿਨਾਂ ਦੇ ਬਾਅਦ ਘਰ ਦੀ ਯਾਦ ਆਈ, ਅਤੇ ਭਾਈ ਭਗਤ ਸਿੰਘ ਨੇ ਅਤੇ ਮਾਤਾ ਜੀਵਨ ਕੌਰ ਨੇ ਕਿਹਾ ਕਿ ਹੁਣ ਅਸੀਂ ਵਾਪਸ ਆਪਣੇ ਘਰ ਜਾਵਾਂਗੇ। ਲੇਕਿਨ ਭਾਈ ਦੀਪ ਸਿੰਘ ਨੇ ਕਿਹਾ ਕਿ ਮੈਂ ਤਾਂ ਘਰ ਵਾਪਸ ਜਾਣਾ ਨਹੀਂ, ਮੈਂ ਤਾਂ ਗੁਰੂ ਮਹਾਰਾਜ ਦੇ ਚਰਨਾਂ 'ਚ ਹੀ ਰਹਾਂਗਾ। ਬੜਾ ਹੀ ਮਾਪਿਆਂ ਨੇ ਸਮਝਾਇਆ, ਲੇਕਿਨ ਉਹ ਇਸ ਗੱਲ ਵਾਸਤੇ ਤਿਆਰ ਨਹੀਂ ਹੋਇਆ। ਅਤੇ ਮਾਪਿਆਂ ਨੇ ਅਖੀਰ ਆਪਣੀ ਫਰਿਆਦ ਗੁਰੂ ਗੋਬਿੰਦ ਸਿੰਘ ਸਾਹਮਣੇ ਨੇ ਰੱਖੀ। ਉਹਨਾਂ ਨੂੰ ਇਹ ਕਿਹਾ ਕਿ ਮਹਾਰਾਜ ਅਸੀਂ ਘਰ ਜਾਣਾ ਚਾਹੁੰਦੇ ਹਾਂ, ਪਰ ਇਹ ਦੀਪ ਸਿੰਘ ਜਿਹੜਾ ਹੈ ਇਹ ਘਰ ਜਾਣਾ ਨਹੀਂ ਚਾਹੁੰਦਾ, ਅਤੇ ਹੁਣ ਦੱਸੋ ਅਸੀਂ ਕੀ ਕਰੀਏ। ਗੁਰੂ ਮਹਾਰਾਜ ਦੇ ਮੂੰਹੋਂ ਸਹਿਜ ਸੁਭਾਅ ਕੀ ਗੱਲ ਨਿਕਲੀ? ਮਹਾਰਾਜ ਨੇ ਇੱਕਦਮ ਇਹੀ ਕਿਹਾ, ਕੋਈ ਗੱਲ ਨਹੀਂ, ਇਸ ਦੀਪ ਸਿੰਘ ਨੂੰ ਇੱਥੇ ਹੀ ਰਹਿਣ ਦਿਓ, ਇਸ ਦੀਪ ਨੇ ਤਾਂ ਕਈ ਬੁੱਝੇ ਦੀਵਿਆਂ ਨੂੰ ਜਗਾਉਣਾ ਹੈ। ਇਸ ਦੀਪ ਸਿੰਘ ਨੇ ਕਈ ਬੁੱਝੇ ਦੀਵਿਆਂ ਨੂੰ ਜਗਾਉਣਾ ਹੈ, ਇਸ ਨੂੰ ਇੱਥੇ ਹੀ ਰਹਿਣ ਦਿਓ। ਹੁਣ ਗੁਰੂ ਮਹਾਰਾਜ ਦੇ ਹੁਕਮ ਨੂੰ ਕੌਣ ਮੋੜੇ? ਮਾਤਾ ਪਿਤਾ ਵਾਪਸ ਚਲੇ ਗਏ, ਅਤੇ ਦੀਪ ਸਿੰਘ ਉੱਥੇ ਹੀ ਗੁਰੂ ਮਹਾਰਾਜ ਦੀ ਹਜ਼ੂਰੀ ਵਿੱਚ ਸੇਵਾ ਕਰਨ ਲੱਗ ਪਿਆ। ਉਸ ਨੂੰ ਸੇਵਾ ਕਿਹੜੀ ਮਿਲੀ? ਸ਼ਸਤਰਾਂ ਨੂੰ ਸਾਫ਼ ਕਰਨ ਦੀ। ਗੁਰੂ ਮਹਾਰਾਜ ਸ਼ਸਤਰ ਵਿਦਿਆ ਸਿਖਾਉਂਦੇ ਸਨ, ਅਤੇ ਉਹਨਾਂ ਸ਼ਸਤਰਾਂ ਨੂੰ ਹਰ ਰੋਜ਼ ਧੋਣਾ, ਸਾਫ਼ ਕਰਨਾ, ਚਮਕਾਉਣਾ। ਉਹ ਸੇਵਾ ਕਰਦੇ ਕਰਦੇ ਉਸ ਦੇ ਮਨ ਵਿੱਚ ਇੱਛਾ ਪ੍ਰਗਟ ਹੋ ਗਈ ਕਿ ਮੈਂ ਸ਼ਸਤਰਾਂ ਦੀ ਸਿਖਲਾਈ ਲੈਣੀ ਹੈ। ਸੋ ਮਹਾਰਾਜ ਨੂੰ ਬੇਨਤੀ ਕੀਤੀ, ਅਤੇ ਗੁਰੂ ਮਹਾਰਾਜ ਨੇ ਬੇਨਤੀ ਪ੍ਰਵਾਨ ਕਰਕੇ ਉਸ ਨੂੰ ਸ਼ਸਤਰ ਵਿਦਿਆ ਦੇਣੀ ਸ਼ੁਰੂ ਕੀਤੀ। ਸ਼ਸਤਰ ਵਿਦਿਆ ਲੈ ਕੇ ਇਤਨਾ ਪਰਿਪੱਕ ਹੋ ਚੁੱਕਾ ਸੀ, ਉਹ ਸ਼ਸਤਰ ਵਿਦਿਆ ਵਿੱਚ ਬੜਾ ਹੀ ਪਰਿਪੱਕ ਹੋ ਗਿਆ ਕਿ ਹੌਲੀ ਹੌਲੀ ਉਹ ਗੁਰੂ ਮਹਾਰਾਜ ਦੇ ਬਹੁਤ ਹੀ ਨਜ਼ਦੀਕੀ ਸਿੰਘਾਂ ਦੇ ਵਿੱਚ ਉਹ ਸ਼ਾਮਲ ਹੋ ਗਿਆ। ਗੁਰੂ ਮਹਾਰਾਜ ਬਹੁਤ ਹੀ ਉਹਦੇ 'ਤੇ ਭਰੋਸਾ ਕਰਦੇ ਸਨ। ਜਿਹੜਾ ਕੰਮ ਕੋਈ ਹੋਰ ਨਹੀਂ ਕਰ ਸਕਦਾ ਸੀ, ਉਹ ਦੀਪ ਸਿੰਘ ਕਰਕੇ ਲਿਆਂਦਾ ਸੀ। ਔਰ ਉਹ ਵਕਤ ਐਸਾ ਸੀ ਕਿ ਪੰਜਾਬ ਦੇ ਵਿੱਚ ਅਹਿਮਦ ਸ਼ਾਹ ਅਬਦਾਲੀ ਨੇ ਪੰਜਾਬ ਵਿੱਚ ਲੁੱਟ ਮਚਾ ਰੱਖੀ ਸੀ, ਔਰ ਉਹ ਸਮਾਨ ਘਰਾਂ ਦੇ ਸਮਾਨ ਲੁੱਟ ਲੈਂਦਾ ਸੀ। ਪੈਸਾ, ਤੈਲਾ, ਸੋਨਾ, ਚਾਂਦੀ ਸਭ ਕੁਝ ਲੁੱਟ ਲੈਂਦਾ ਸੀ, ਪਰ ਨਾਲ ਨਾਲ ਉਹ ਔਰਤਾਂ ਨੂੰ ਵੀ ਚੁੱਕ ਲੈਂਦਾ ਸੀ। ਬਹੁਤ ਜ਼ਿਆਦਾ ਉਸਦਾ ਇਸ ਪਾਸੇ ਧਿਆਨ ਸੀ। ਉਹ ਜਿਸ ਘਰ ਵਿੱਚ ਉਹਦੇ ਸਿਪਾਹੀ ਵੜਦੇ, ਉਹ ਸਮਾਨ ਤਾਂ ਲੁੱਟਦੇ ਹੀ, ਪਰ ਔਰਤਾਂ ਨੂੰ ਨਾਲ ਬੰਨ੍ਹ ਕੇ ਅਤੇ ਲੈ ਜਾਂਦੇ, ਅਤੇ ਔਰਤਾਂ ਨੂੰ ਚੁੱਕ ਕੇ ਅਤੇ ਉਸਦੇ ਕੋਲ ਅਬਦਾਲੀ ਦੇ ਕੋਲ ਪੇਸ਼ ਕਰ ਦਿੰਦੇ। ਸੋ ਗੁਰੂ ਮਹਾਰਾਜ ਨੇ ਇਸ ਕੰਮ ਦਾ ਜ਼ਿੰਮਾ ਦੀਪ ਸਿੰਘ ਦੇ ਜ਼ਿੰਮੇ ਸੌਂਪਿਆ। ਜਿੱਥੋਂ ਵੀ ਕੋਈ ਖਬਰ ਆਉਂਦੀ ਕਿ ਅਬਦਾਲੀ ਦੇ ਸਿਪਾਹੀ ਫਲਾਣੇ ਪਿੰਡ ਦੇ ਵਿੱਚੋਂ ਔਰਤਾਂ ਨੂੰ ਚੁੱਕ ਕੇ ਲੈ ਗਏ ਨੇ, ਅਤੇ ਅਬਦਾਲੀ ਦੇ ਕੋਲ ਉਹਨਾਂ ਨੇ ਪੇਸ਼ ਕਰ ਦਿੱਤਾ ਹੈ। ਸੋ ਮਹਾਰਾਜ ਦੀਪ ਸਿੰਘ ਨੂੰ ਕਹਿੰਦੇ ਕਿ ਚੱਲ ਭਾਈ ਉਹਨਾਂ ਨੂੰ ਛੁਡਾ ਕੇ ਲਿਆਓ। ਸੋ ਬਾਬਾ ਦੀਪ ਅਸੀਂ ਹੁਣੇ ਤੋਂ ਹੀ ਕਹਿਣਾ ਸ਼ੁਰੂ ਕਰ ਦਿੱਤਾ ਕਿ ਦੀਪ ਸਿੰਘ ਨੇ ਗੁਰੂ ਜੀ ਦੇ ਹੁਕਮ ਦੇ ਨਾਲ ਕੁਝ ਸਿੰਘਾਂ ਨੂੰ ਨਾਲ ਲੈ ਕੇ ਜਾਣਾ, ਅਤੇ ਉਹਨਾਂ ਰੋਂਦੀਆਂ ਕੁਰਲਾਉਂਦੀਆਂ ਔਰਤਾਂ ਵਿਚਾਰੀਆਂ ਨੂੰ ਛੁਡਾ ਕੇ ਵਾਪਸ ਲਿਆਉਣਾ ਅਤੇ ਗੁਰੂ ਸਾਹਿਬ ਦੇ ਕੋਲ ਪੇਸ਼ ਕਰਨਾ। ਅਤੇ ਫਿਰ ਗੁਰੂ ਮਹਾਰਾਜ ਨੇ ਉਹਨਾਂ ਦੇ ਕੋਲੋਂ ਉਹਨਾਂ ਦੇ ਘਰ ਦਾ ਅਤਾ ਪਤਾ ਪੁੱਛ ਕੇ ਅਤੇ ਫਿਰ ਦੀਪ ਸਿੰਘ ਦੀ ਡਿਊਟੀ ਲਗਾਉਣੀ ਕਿ ਇਹਨਾਂ ਨੂੰ ਆਪਣੇ ਘਰ ਪਹੁੰਚਾ ਕੇ ਆਓ। ਜੇ ਉਹ ਮਾਪਿਆਂ ਦਾ ਪਤਾ ਦੱਸਦੀਆਂ ਤਾਂ ਉਹਨਾਂ ਨੂੰ ਘਰ ਪਹੁੰਚਾਇਆ ਜਾਂਦਾ, ਅਤੇ ਜੇ ਨਹੀਂ ਦੱਸਦੀਆਂ ਤਾਂ ਕਈ ਜਾਣ ਨੂੰ ਤਿਆਰ ਹੀ ਨਹੀਂ ਸਨ। ਕਈ ਸੋਚਦੀਆਂ ਸਨ ਕਿ ਸਾਡੇ ਮਾਪਿਆਂ ਨੇ ਸਾਨੂੰ ਘਰ ਰੱਖਣਾ ਹੀ ਨਹੀਂ, ਅਸੀਂ ਘਰ ਜਾ ਕੀ ਕਰਾਂਗੇ, ਅਸੀਂ ਇੱਥੇ ਗੁਰੂ ਘਰ ਵਿੱਚ ਰਹਿ ਕੇ ਸੇਵਾ ਕਰਾਂਗੇ। ਲੇਕਿਨ ਨਹੀਂ, ਗੁਰੂ ਮਹਾਰਾਜ ਉਹਨਾਂ ਨੂੰ ਸਮਝਾ ਬੁਝਾ ਕੇ ਨਾਲ ਕੁਝ ਪੈਸੇ, ਕੁਝ ਕੱਪੜੇ ਦੇ ਕੇ ਬੜੇ ਪਿਆਰ ਨਾਲ ਆਪਣੀਆਂ ਧੀਆਂ ਵਾਕਨ ਉਹਨਾਂ ਨੂੰ ਤੋਰ ਦਿੰਦੇ, ਅਤੇ ਬਾਬਾ ਦੀਪ ਸਿੰਘ ਜਾ ਕੇ ਉਹਨਾਂ ਨੂੰ ਆਪਣੇ ਘਰੋਂ ਘਰੀ ਉੱਥੇ ਪਹੁੰਚਾ ਕੇ ਆਉਂਦਾ। ਹੁਣ ਉਸ ਵਕਤ ਦੇ ਹਾਲਾਤ ਦੇ ਹਿਸਾਬ ਨਾਲ ਅਬਦਾਲੀ ਬਹੁਤ ਸਿੱਖਾਂ ਦੀ ਬਹਾਦਰੀ ਤੋਂ ਬਹੁਤ ਪਰੇਸ਼ਾਨ ਹੋ ਗਿਆ, ਕਿਉਂਕਿ ਉਸਦੇ ਬੰਦੇ ਬੜੀ ਮੁਸ਼ਕਿਲ ਨਾਲ ਸਮਾਨ ਲੁੱਟ ਕੇ ਲਿਆਉਂਦੇ ਸਨ, ਔਰਤਾਂ ਨੂੰ ਪਕੜ ਕੇ ਲਿਆਉਂਦੇ ਸਨ, ਅਤੇ ਸਿੱਖ ਉਹਨਾਂ ਨੂੰ ਛੁਡਾ ਕੇ ਲੈ ਜਾਂਦੇ ਸਨ। ਜਿਨ੍ਹਾਂ ਦਾ ਹੈੱਡ ਕੌਣ ਸੀ? ਬਾਬਾ ਦੀਪ ਸਿੰਘ ਸੀ। ਉਹ ਬੜਾ ਪਰੇਸ਼ਾਨ ਸੀ ਕਿ ਇਹ ਸਿੱਖ ਜਿਹੜੇ ਨੇ ਇਹ ਮੇਰੇ ਕੋਲ ਇਹ ਕਾਬੂ ਹੀ ਨਹੀਂ ਆ ਰਹੇ, ਔਰ ਇਹਨਾਂ ਦੇ ਉੱਤੇ ਕਿੰਨੀ ਵੀ ਸਖਤੀ ਕਰ ਲਓ ਅਤੇ ਫਿਰ ਵੀ ਇਹ ਕਿਸੇ ਨਾ ਤਰੀਕੇ ਨਾਲ ਮੌਕਾ ਪਾ ਕੇ ਅਤੇ ਮੇਰੇ ਸਿਪਾਹੀਆਂ ਦਾ ਸਮਾਨ ਅਤੇ ਔਰਤਾਂ ਨੂੰ ਬਚਾ ਕੇ ਫਿਰ ਲੈ ਜਾਂਦੇ ਨੇ। ਉਹ ਬਹੁਤ ਇਸ ਗੱਲ ਤੋਂ ਪਰੇਸ਼ਾਨ ਸੀ। ਉਸਨੇ ਆਪਣੇ ਸਾਥੀਆਂ ਦੇ ਨਾਲ ਸਲਾਹ ਕੀਤੀ ਕਿ ਇਹਨਾਂ ਸਿੱਖਾਂ ਦਾ ਕੀ ਇਲਾਜ ਕੀਤਾ ਜਾਏ, ਇਹਨਾਂ ਨੂੰ ਕਿਸ ਤਰੀਕੇ ਨਾਲ ਕਾਬੂ ਕੀਤਾ ਜਾਏ। ਸੋ ਉਹਨਾਂ ਦੇ ਕੋਲੋਂ ਗੱਲਬਾਤ ਕਰਦਿਆਂ ਉਸ ਨੂੰ ਪਤਾ ਲੱਗਿਆ ਕਿ ਇਹ ਸਿੱਖ ਇਤਨੇ ਬਹਾਦਰ ਕਿਉਂ ਨੇ, ਇਹਨਾਂ ਨੂੰ ਸ਼ਕਤੀ ਕਿੱਥੋਂ ਮਿਲਦੀ ਹੈ, ਇਹ ਸ਼ਕਤੀ ਇਹਨਾਂ ਨੂੰ ਕਿੱਥੋਂ ਮਿਲਦੀ ਹੈ। ਸੋ ਉਦੋਂ ਇਹ ਜਦੋਂ ਪਤਾ ਕਰਦੇ ਇਹ ਗੱਲ ਪਤਾ ਲੱਗੀ ਕਿ ਇਹਨਾਂ ਨੂੰ ਅੰਮ੍ਰਿਤਸਰ ਦੇ ਵਿੱਚ ਇੱਕ ਇਹਨਾਂ ਦਾ ਸਵਰਨ ਮੰਦਰ ਹੈ, ਇੱਕ ਇਹਨਾਂ ਦਾ ਗੁਰਬਾਣੀ ਦਾ ਹਰਿਮੰਦਰ ਸਾਹਿਬ ਹੈ, ਔਰ ਇੱਕ ਸਰੋਵਰ ਹੈ। ਸੋ ਇਹ ਸਿੱਖ ਉਸ ਅੰਮ੍ਰਿਤ ਸਰੋਵਰ ਦੇ ਵਿੱਚੋਂ ਜਦੋਂ ਇਸ਼ਨਾਨ ਕਰਦੇ ਨੇ, ਉੱਥੋਂ ਅੰਮ੍ਰਿਤ ਦਾ ਚੂਲਾ ਲੈਂਦੇ ਨੇ ਅਤੇ ਫਿਰ ਮੁੜ ਕੇ ਬਹਾਦਰ ਹੋ ਜਾਂਦੇ ਨੇ, ਔਰ ਉੱਥੋਂ ਜੋ ਗੁਰਬਾਣੀ ਸੁਣਦੇ ਨੇ ਉਹਨਾਂ ਨਾਲ ਇਹ ਬੜੇ ਹੀ ਇਹਨਾਂ ਦਾ ਮਨੋਬਲ ਜਿਹੜਾ ਬਹੁਤ ਉੱਚਾ ਹੋ ਜਾਂਦਾ ਹੈ। ਇਸ ਕਰਕੇ ਕਿਸੇ ਕੋਲੋਂ ਡਰਦੇ ਨਹੀਂ। ਹੁਣ ਉਸਨੇ ਕੀ ਪਲਾਨ ਬਣਾਈ?
ਉਸਨੇ ਕਿਹਾ ਕਿ ਇਹਨਾਂ ਨੂੰ ਖਤਮ ਕਰਨ ਵਾਸਤੇ ਜਿੱਥੋਂ ਇਹਨਾਂ ਨੂੰ ਸ਼ਕਤੀ ਮਿਲਦੀ ਹੈ ਉਸ ਜਗ੍ਹਾ ਨੂੰ ਖਤਮ ਕਰਤਾ ਜਾਏ। ਦਰਬਾਰ ਸਾਹਿਬ ਨੂੰ ਢਾਹ ਦਿਓ, ਸਰੋਵਰ ਨੂੰ ਪੂਰ ਦਿਓ, ਸਰੋਵਰ ਦੇ ਅੰਦਰ ਜਿਹੜੇ ਆਸ-ਪਾਸ ਦੇ ਮਕਾਨ ਗਿਰਾ ਕੇ ਉਹਦਾ ਸਾਰਾ ਮਲਬਾ ਸਰੋਵਰ ਵਿੱਚ ਸੁੱਟ ਦਿਓ ਅਤੇ ਦਰਬਾਰ ਸਾਹਿਬ ਜਿੱਥੇ ਗੁਰਬਾਣੀ ਦਾ ਕੀਰਤਨ ਹੁੰਦਾ ਉਸ ਨੂੰ ਢਾਹ ਦਿਓ। ਇਹਨਾਂ ਦੋਨਾਂ ਚੀਜ਼ਾਂ ਨੂੰ ਖਤਮ ਕਰਨ ਦੇ ਵਾਸਤੇ ਉਸਨੇ ਆਪਣੀ ਸੈਨਾ ਨੂੰ ਹੁਕਮ ਦੇ ਦਿੱਤੇ। ਅਬਦਾਲੀ ਦੇ ਹੁਕਮ ਨਾਲ ਦਰਬਾਰ ਸਾਹਿਬ ਨੂੰ ਢਾਹਿਆ ਜਾਣ ਲੱਗ ਪਿਆ ਅਤੇ ਆਸ-ਪਾਸ ਦੇ ਮਕਾਨਾਂ ਨੂੰ ਵੀ ਢਾਹਿਆ ਗਿਆ, ਲੁੱਟ ਮਾਰ ਮਚਾਈ ਗਈ ਅਤੇ ਉਹਨਾਂ ਦਾ ਮਲਬਾ ਸਰੋਵਰ ਦੇ ਵਿੱਚ ਪੂਰਿਆ ਜਾਣ ਲੱਗ ਪਿਆ। ਸੋ ਇਹ ਖਬਰ ਕੁਝ ਸਿੰਘਾਂ ਨੇ ਜਾ ਕੇ ਜਦੋਂ ਸਾਬੋ ਕੀ ਤਲਵੰਡੀ ਇਹ ਖਬਰ ਜਦੋਂ ਦੱਸੀ ਅਤੇ ਉੱਥੇ ਬਾਬਾ ਦੀਪ ਸਿੰਘ ਜੀ ਨੂੰ ਗੁਰੂ ਮਹਾਰਾਜ ਉੱਥੋਂ ਦੀ ਸੇਵਾ ਬਖਸ਼ ਗਏ ਸਨ। ਸੋ ਬਾਬਾ ਦੀਪ ਸਿੰਘ ਦੇ ਕੰਨਾਂ ਵਿੱਚ ਜਦੋਂ ਇਹ ਖਬਰ ਪਹੁੰਚੀ ਅਤੇ ਉਹਨਾਂ ਦਾ ਤਾਂ ਖੂਨ ਉਬਲ ਗਿਆ, ਖੂਨ ਖੋਲ੍ਹਣ ਲੱਗ ਪਿਆ ਕਿ ਇਹਨਾਂ ਦੀ ਇਤਨੀ ਮਜਾਲ ਕਿ ਸਾਡੇ ਸਿੱਖੀ ਦੇ ਕੇਂਦਰ ਨੂੰ ਇਸ ਤਰ੍ਹਾਂ ਕਰਕੇ ਨਸਤੋ ਨਬੂਦ ਕਰ ਦੇਣਗੇ। ਉਹਨਾਂ ਨੇ ਕੋਈ ਸਿੰਘਾਂ ਨੂੰ ਇਕੱਠਾ ਕੀਤਾ ਅਤੇ ਸਾਰੀ ਗੱਲ ਦੱਸੀ ਔਰ ਉੱਥੇ ਜਾਣ ਵਾਸਤੇ ਉਹ ਤਿਆਰ ਹੋ ਗਏ। ਤਿਆਰ ਹੋਣ ਤੋਂ ਪਹਿਲੇ ਗੁਰੂ ਮਹਾਰਾਜ ਦੇ ਅੱਗੇ ਅਰਦਾਸ ਕੀਤੀ, ਮਹਾਰਾਜ ਤੁਹਾਡੇ ਸਿੱਖ ਆਪ ਦੇ ਅਸਥਾਨ ਨੂੰ, ਆਪ ਦੇ ਸਰੋਵਰ ਨੂੰ ਮੁੜ ਕੇ ਮਲਬਾ ਕੱਢ ਕੇ ਆਪਣੇ ਖੂਨ ਨਾਲ ਧੋ ਕੇ ਸਾਫ਼ ਕਰਕੇ ਪਵਿੱਤਰ ਕਰਨ ਵਾਸਤੇ ਜਾ ਰਹੇ ਹਨ। ਆਪ ਅੰਗ ਸੰਗ ਸਾਈ ਹੋਣਾ ਅਤੇ ਗੁਰਸਿੱਖਾਂ ਕੋਲੋਂ ਸੇਵਾ ਲੈਣੀ ਜੀ। ਇਹ ਸਭ ਸਾਰੇ ਗੁਰਸਿੱਖ ਜਿਹੜੇ ਆਪਣੇ ਜੀਵਨ ਦੀ ਆਦਤ ਛੱਡ ਕੇ ਹੀ ਉੱਥੇ ਜਾ ਰਹੇ ਹਨ। ਖੈਰ ਇਹ ਅਰਦਾਸ ਕਰਨ ਤੋਂ ਬਾਅਦ ਘੋੜੇ 'ਤੇ ਸਵਾਰ ਹੋ ਕੇ ਬਾਬਾ ਜੀ ਸਭ ਤੋਂ ਅੱਗੇ ਟੁਰੇ ਅਤੇ ਉਹਨਾਂ ਦੇ ਨਾਲ ਬਾਕੀ ਸਿੰਘ ਵੀ ਜਿਹੜੇ ਸਨ ਉਹ ਬੜੀ ਤੇਜ਼ੀ ਦੇ ਨਾਲ ਅੰਮ੍ਰਿਤਸਰ ਵਾਲੇ ਪਾਸੇ ਵਧੇ। ਜਦੋਂ ਇਹ ਬਾਬਾ ਜੀ ਔਰ ਬਾਕੀ ਦੇ ਸਿੰਘ ਗੋਲਵਾੜ ਇੱਕ ਜਗ੍ਹਾ ਦਾ ਨਾਮ ਹੈ, ਗੋਲਵਾੜ ਦੀ ਥਾਂ 'ਤੇ ਪਹੁੰਚੇ ਅਤੇ ਅੱਗੋਂ ਖਬਰ ਕੀ ਆਈ ਕਿ ਚੱਬੇ ਦੇ ਕੋਲ ਜਹਾਨ ਖਾਨ ਜਿਹੜਾ ਉੱਥੋਂ ਦਾ ਨਵਾਬ ਸੀ ਉਹ ਬੜੀ ਭਾਰੀ ਫੌਜ ਲੈ ਕੇ ਤਿਆਰ ਬੈਠਾ ਹੈ। ਉਸ ਨੂੰ ਪਤਾ ਲੱਗ ਗਿਆ ਕਿ ਸਾਬੋ ਕੀ ਤਲਵੰਡੀ ਤੋਂ ਸਿੰਘਾਂ ਦਾ ਜਥਾ ਆ ਗਿਆ। ਉਸਨੇ ਬਹੁਤ ਸਾਰੀ ਫੌਜ ਵੀ ਹੋਰ ਮੰਗਾ ਲਈ ਸੀ ਅਤੇ ਉਹ ਖਬਰ ਜਦੋਂ ਪਹੁੰਚੀ ਅਤੇ ਬਾਬਾ ਜੀ ਨੇ ਫਿਰ ਆਪਣੇ ਸਾਥੀਆਂ ਦੇ ਨਾਲ ਅੰਤਮ ਬਚਨ ਕੀਤੇ। ਉਹਨਾਂ ਨੇ ਕੀ ਕਿਹਾ, ਸਿੰਘੋ ਹੁਣ ਅਸੀਂ ਅੱਗੇ ਜ਼ਰੂਰ ਵਧਣਾ ਔਰ ਅਸੀਂ ਅੰਮ੍ਰਿਤਸਰ ਸਰੋਵਰ ਜ਼ਰੂਰ ਪਹੁੰਚਣਾ ਹੈ। ਅਸੀਂ ਬਿਲਕੁਲ ਇਸ ਗੱਲ ਤੋਂ ਘਬਰਾਉਣਾ ਨਹੀਂ ਹੈ, ਸ਼ਹੀਦ ਹੋ ਜਾਣਾ ਹੈ, ਪਰ ਅਸੀਂ ਆਪਣੇ ਦਰਬਾਰ ਸਾਹਿਬ ਨੂੰ ਇਹਨਾਂ ਜ਼ਾਲਮਾਂ ਕੋਲੋਂ, ਇਹਨਾਂ ਨਿਰਵਾਣਿਆਂ ਕੋਲੋਂ ਆਜ਼ਾਦ ਕਰਾ ਕੇ ਰਹਿਣਾ। ਕਿਉਂਕਿ ਗੁਰੂ ਮਹਾਰਾਜ ਦਾ ਕੀ ਹੁਕਮ ਹੈ, ਸਿਰ ਦੀਜੇ ਕਾਨ ਨਾ ਕੀਜੇ। ਆਪਣੇ ਸਿਰ ਦੀ ਪਰਵਾਹ ਨਹੀਂ ਕਰਨੀ, ਸ਼ਹੀਦੀ ਪ੍ਰਾਪਤ ਕਰ ਜਾਣੀ ਹੈ, ਪਰ ਆਪਣੇ ਮਿਸ਼ਨ ਵਿੱਚ ਅਸੀਂ ਜ਼ਰੂਰ ਸਫਲ ਹੋਣਾ ਹੈ। ਜਿਹੜਾ ਆਪਣੀ ਇਸ ਕੰਮ ਵਿੱਚ ਅੱਗੇ ਜਾਣਾ ਚਾਹੁੰਦਾ ਔਰ ਸ਼ਹੀਦੀ ਪ੍ਰਾਪਤ ਕਰਨਾ ਚਾਹੁੰਦਾ ਹੈ, ਉਹਨਾਂ ਨੇ ਬਾਬਾ ਦੀਪ ਸਿੰਘ ਨੇ ਜ਼ਮੀਨ ਦੇ ਉੱਤੇ ਆਪਣੇ ਖੰਡੇ ਦੇ ਨਾਲ ਲਕੀਰ ਖਿੱਚ ਦਿੱਤੀ ਅਤੇ ਉਹਨਾਂ ਨੇ ਕਿਹਾ ਜਿਹੜਾ ਜਾਣਾ ਚਾਹੁੰਦਾ ਉਹ ਲਕੀਰ ਦੇ ਪਾਰ ਆ ਜਾਏ, ਜਿਹੜਾ ਮੌਤ ਤੋਂ ਡਰਦਾ ਉਹ ਆਪਣੇ ਘਰ ਵਾਪਸ ਚਲਾ ਜਾਏ। ਕੋਈ ਬੰਦਾ ਵਾਪਸ ਨਹੀਂ ਗਿਆ। ਉਹਨਾਂ ਦੇ ਨਾਲ ਸਾਰੇ ਸਿੰਘ ਜਿਹੜੇ ਸੀ ਉਹ ਤਿਆਰ ਹੋ ਗਏ। ਇਹ ਆ ਕੇ ਉਹਨਾਂ ਦੀ ਹੌਸਲਾ ਜਿਹੜਾ ਸੀ ਹੋਰ ਵੱਧ ਗਿਆ ਕਿ ਸਿੰਘ ਜਿਹੜੇ ਸਨ ਉਹ ਪੂਰੇ ਹੌਸਲੇ ਵਿੱਚ ਸਨ, ਘਬਰਾਏ ਹੋਏ ਨਹੀਂ ਸਨ। ਸੋ ਉਹ ਸਾਰੇ ਸਿੰਘਾਂ ਦਾ ਜਥਾ ਸਾਰੇ ਹੀ ਬਹਾਦਰ ਸਨ, ਸਾਰਿਆਂ ਦੇ ਕੋਲ ਸ਼ਸਤਰ ਸਨ, ਸਾਰਿਆਂ ਦੇ ਕੋਲ ਘੋੜੇ ਸਨ। ਉਹ ਸਾਰਾ ਜਥਾ ਜਦੋਂ ਅੱਗੇ ਅੰਮ੍ਰਿਤਸਰ ਵਾਲੇ ਪਾਸੇ ਚੱਲਿਆ, ਤਰਨ ਤਾਰਨ ਦੇ ਕੋਲ ਜਾ ਕੇ, ਅਤੇ ਉਹਨਾਂ ਨੇ ਕੀ ਦੇਖਿਆ ਕਿ ਅੱਗੋਂ ਸ਼ਾਹੀ ਸੈਨਾ ਜਿਹੜੀ ਹੈ ਉਹ ਬਹੁਤ ਹੀ ਜ਼ਿਆਦਾ ਆਪਣੇ ਘੋੜ ਸਵਾਰ ਔਰ ਬਹੁਤ ਜ਼ਿਆਦਾ ਹਥਿਆਰ ਲੈ ਕੇ ਤੇ ਉਹ ਤਿਆਰ ਬੈਠੀ ਸੀ। ਲੇਕਿਨ ਬਾਬਾ ਜੀ ਦੇ ਖੰਡੇ ਔਰ ਬਾਬਾ ਜੀ ਦੇ ਹੱਥ ਵਿੱਚ ਜਿਹੜਾ ਨੇਜ਼ਾ ਸੀ ਉਸ ਦੀ ਤਾਂ ਚਾਲ ਚੱਲੀ ਨਹੀਂ ਜਾ ਰਹੀ ਸੀ। ਉਸ ਨੂੰ ਦੇਖ ਕੇ ਵੱਡੇ ਜਿਹੜੇ ਸਨ ਉਹ ਵੀ ਘਬਰਾ ਜਾਂਦੇ ਸਨ। ਇੱਥੇ ਮੈਂ ਰੁਕ ਕੇ ਇੱਕ ਸਵਾਲ ਅੱਜ ਪੁੱਛਣਾ ਚਾਹਾਂਗੀ ਕਿ ਬੜੀ ਵਾਰੀ ਇਤਿਹਾਸ ਵਿੱਚ ਸੁਣਿਆ ਹੋਵੇਗਾ ਔਰ ਬੜੀ ਵਾਰੀ ਇਹ ਗੱਲ ਕਥਾ ਵੀ ਸੁਣਾਉਂਦੇ ਹਾਂ ਕਿ ਬਾਬਾ ਦੀਪ ਸਿੰਘ ਦੇ ਹੱਥ ਵਿੱਚ ਇੱਕ ਖੰਡਾ ਹੁੰਦਾ ਸੀ। ਅੱਜ ਵੀ ਅਸੀਂ ਜਦੋਂ ਵੀ ਤਸਵੀਰ ਦੇਖਦੇ ਹਾਂ ਤਾਂ ਉਹਨਾਂ ਦੇ ਇੱਕ ਹੱਥ ਵਿੱਚ ਖੰਡਾ ਹੁੰਦਾ ਹੈ ਔਰ ਦੂਸਰੇ ਹੱਥ ਵਿੱਚ ਸਿਰ ਹੁੰਦਾ ਹੈ। ਉਹ ਖੰਡੇ ਦਾ ਕਿੰਨਾ ਵਜ਼ਨ ਸੀ? ਤੁਸੀਂ ਜਵਾਬ ਇਹ ਦੇਣਾ ਹੈ ਕਿ ਬਾਬਾ ਦੀਪ ਸਿੰਘ ਦੇ ਹੱਥ ਵਿੱਚ ਜਿਹੜਾ ਖੰਡਾ ਹਮੇਸ਼ਾ ਹੁੰਦਾ ਸੀ ਉਸ ਖੰਡੇ ਦਾ ਵਜ਼ਨ ਕਿੰਨਾ ਸੀ। ਹੁਣ ਅੱਗੇ ਚਲੀਏ ਕਿ ਉਸ ਖੰਡੇ ਦੇ ਨਾਲ ਉਹ ਹਜ਼ਾਰਾਂ ਕਈ ਬੰਦਿਆਂ ਨੂੰ ਮਾਰਦੇ, ਮੁਗਲਾਂ ਨੂੰ ਮਾਰਦੇ ਔਰ ਬਹੁਤ ਅੱਗੇ ਵੱਧਦੇ ਗਏ। ਹਾਲਾਂਕਿ ਉਹਨਾਂ ਦੇ ਨਾਲ ਜਿਹੜੇ ਸਿੰਘ ਸਨ ਉਹਨਾਂ ਵਿੱਚੋਂ ਵੀ ਬਹੁਤ ਸਾਰੇ ਸਿੰਘ ਜਿਹੜੇ ਸੀ ਸ਼ਹੀਦ ਹੁੰਦੇ ਗਏ ਔਰ ਮੈਦਾਨ ਜਿਹੜਾ ਸੀ ਉਹ ਲਾਸ਼ਾਂ ਨਾਲ ਭਰ ਗਿਆ, ਖੂਨ ਦੀਆਂ ਨਦੀਆਂ ਵਹਿ ਗਈਆਂ, ਮੈਦਾਨ ਲਾਸ਼ਾਂ ਨਾਲ ਭਰ ਗਿਆ। ਲੇਕਿਨ ਬਾਬਾ ਜੀ ਦਾ ਹੌਸਲਾ ਜਿਹੜਾ ਸੀ ਅਜੇ ਵੀ ਘੱਟ ਨਹੀਂ ਹੋਇਆ। ਖੈਰ ਅੱਗੋਂ ਜਦੋਂ ਪੱਟੀ ਦਾ ਹਾਕਮ ਸੀ ਉਹ ਕਾਸਮ ਖਾਨ, ਉਹ ਵੀ ਅੱਗੋਂ ਮਿਲ ਗਿਆ, ਆਪਣੀ ਫੌਜ ਲੈ ਕੇ ਆ ਗਿਆ ਅਤੇ ਇਤਨੀ ਜ਼ਬਰਦਸਤ ਲੜਾਈ ਹੋਈ ਕਿ ਜਿਹਦਾ ਕੋਈ ਹਿਸਟਰੀ ਦੇ ਵਿੱਚ ਕਈ ਵਾਰੀ ਜ਼ਿਕਰ ਆਉਂਦਾ ਹੈ ਕਿ ਉਸ ਜਗ੍ਹਾ ਦੇ ਉੱਤੇ ਦਰਬਾਰ ਸਾਹਿਬ ਨੂੰ ਪਵਿੱਤਰ ਕਰਨ ਵਾਸਤੇ, ਦਰਬਾਰ ਸਾਹਿਬ ਨੂੰ ਇਹਨਾਂ ਜ਼ਾਲਮਾਂ ਤੋਂ ਛੁਡਾਉਣ ਵਾਸਤੇ ਬਹੁਤ ਘਮਾਸਾਨ ਦੀ ਲੜਾਈ ਹੋਈ। ਹੁਣ ਉੱਥੇ ਕੀ ਹੋਇਆ ਕਿ ਉਸਨੇ ਆ ਕੇ ਜਿਹੜਾ ਸਭ ਤੋਂ ਉਹਨਾਂ ਦਾ ਵੱਡਾ ਸੀ ਜਰਨੈਲ ਕਹਿ ਲਓ ਜਾਂ ਜਿਹਨੂੰ ਉਹ ਸਮਝਦੇ ਸਨ ਕਿ ਕੋਈ ਮਾਰ ਨਹੀਂ ਸਕਦਾ, ਉਸ ਬੰਦੇ ਨੂੰ ਜਦੋਂ ਅੱਗੇ ਭੇਜਿਆ
ਤੇ ਉਸ ਦਾ ਟਾਕਰਾ ਹੋਇਆ ਬਾਬਾ ਦੀਪ ਸਿੰਘ ਦੇ ਨਾਲ। ਤੇ ਬਾਬਾ ਦੀਪ ਸਿੰਘ ਨੇ ਆਪਣੇ ਖੰਡੇ ਦੇ ਨਾਲ ਉਸ ਨੂੰ ਵੀ ਪਾਰ ਬੁਲਾ ਦਿੱਤਾ, ਉਸ ਨੂੰ ਪਾਰ ਬੁਲਾ ਦਿੱਤਾ। ਔਰ ਉਹਦਾ ਸਿਰ ਜਿਹੜਾ ਸੀ ਇਤਨੀ ਜ਼ੋਰ ਦੀ ਲੱਥਿਆ, ਸਿਰ ਲੱਥ ਕੇ ਤੇ ਉਸ ਦੀ ਬੇਗਮ ਜਿਹੜੀ ਕਿ ਡੋਲੀ ਵਿੱਚ ਨਾਲ ਜਾ ਰਹੀ ਸੀ, ਉਹਦੇ ਕੋਲ ਜਾ ਕੇ ਉਹਦਾ ਸਿਰ ਡਿੱਗਿਆ। ਉਸ ਨੂੰ ਵੇਖ ਕੇ ਤੇ ਉਹਨਾਂ ਦੇ ਹੌਸਲੇ ਜਿਹੜੇ ਸੀ ਕੁਝ ਪਸਤ ਹੋਣੇ ਸ਼ੁਰੂ ਹੋ ਗਏ। ਫੌਜ ਜਿਹੜੀ ਸੀ ਕੁਝ ਘਬਰਾ ਗਈ ਉਹਨਾਂ ਦੀ। ਸੋ ਪਰ ਬਾਬਾ ਜੀ ਨਹੀਂ ਘਬਰਾਏ, ਬਾਬਾ ਜੀ ਅੱਗੇ ਚੱਲਦੇ ਗਏ। ਲੇਕਿਨ ਦੂਸਰੇ ਪਾਸੋਂ ਉਹਨਾਂ ਨੇ ਐਸੇ ਤਰੀਕੇ ਨਾਲ ਵਾਰ ਕਰਾਇਆ ਕਿ ਚਾਰੋਂ ਪਾਸੇ ਤਲਵਾਰਾਂ ਦਾ ਜਾਲ, ਇੱਕ ਤਰ੍ਹਾਂ ਦਾ ਜਾਲ ਜਿਹੜਾ ਸੀ ਉਹ ਤਨ ਗਿਆ। ਅਤੇ ਬਾਬਾ ਜੀ ਦਾ ਸਰੀਰ ਬਹੁਤ ਬਹੁਤ ਜ਼ਖਮੀ ਹੋ ਗਿਆ। ਕੋਈ ਮਾਮੂਲੀ ਜ਼ਖਮ ਨਹੀਂ ਸਨ। ਸੋ ਉਹਨਾਂ ਦੀ ਸੰਜੋਅ ਵੀ ਕੱਟੀ ਗਈ, ਜਿਹੜੀ ਸੰਜੋਅ ਪਹਿਨਦੇ ਸਨ ਲੋਹੇ ਦੀ, ਉਹ ਸੰਜੋਅ ਵੀ ਕੱਟੀ ਗਈ ਸੀ। ਔਰ ਆਪਣੇ ਹੀ ਲਹੂ ਦੇ ਨਾਲ ਉਹ ਪੂਰੇ ਸਿਰ ਤੋਂ ਪੈਰਾਂ ਤੱਕ ਲਾਲ ਰੰਗ ਨਾਲ ਲਹੂ ਦੇ ਨਾਲ ਰੰਗੇ 'ਚ ਆ ਚੁੱਕੇ ਸਨ। ਅੰਗ ਅੰਗ 'ਤੇ ਜ਼ਖਮ ਹੋ ਚੁੱਕੇ ਸਨ। ਗੋਲੀ ਮੱਥੇ ਵਿੱਚ ਲੱਗ ਗਈ ਸੀ। ਦੁਸ਼ਮਣ ਅੱਗੋਂ ਵੀ ਵਾਰ ਕਰ ਰਹੇ ਸਨ, ਪਿੱਛੋਂ ਵੀ ਵਾਰ ਕਰ ਰਹੇ ਸਨ। ਪਰ ਸਤਿਗੁਰਾਂ ਦੀ ਮਿਹਰ ਇਤਨੀ ਸੀ ਕਿ ਭਗਤੀ ਦਾ ਅਸਰ ਬੜਾ ਸੀ ਔਰ ਧਰਮ ਦਾ ਵਿਸ਼ਵਾਸ ਬੜਾ ਸੀ, ਅਤੇ ਉਹ ਅਜੇ ਵੀ ਉਹਨਾਂ ਨੂੰ ਕਾਇਮ ਰੱਖ ਰਿਹਾ ਸੀ। ਉਹਨਾਂ ਦਾ ਹੌਸਲਾ ਜਿਹੜਾ ਸੀ ਉਸ ਨੂੰ ਡਿੱਗਣ ਨਹੀਂ ਦਿੱਤਾ ਸੀ। ਲੇਕਿਨ ਇੱਕ ਸਮਾਂ ਐਸਾ ਆ ਗਿਆ ਕਿ ਜਦੋਂ ਦੇਖਿਆ ਕਿ ਬਾਬਾ ਜੀ ਦੇ ਸੀਸ ਦੇ ਉੱਤੇ ਵਾਰ ਜਿਹੜਾ ਕੀਤਾ ਗਿਆ ਸੀ ਦੁਸ਼ਮਣਾਂ ਵੱਲੋਂ, ਉਹਦੇ ਨਾਲ ਕੀ ਹੋਇਆ ਕਿ ਮਹਾਰਾਜ ਦਾ ਬਾਬਾ ਜੀ ਦਾ ਸਿਰ ਜਿਹੜਾ ਸੀ, ਬਾਬਾ ਜੀ ਦਾ ਸਿਰ ਸਰੀਰ ਨਾਲੋਂ ਤਕਰੀਬਨ ਵੱਖਰਾ ਹੋ ਗਿਆ। ਸ਼ਾਇਦ ਸ਼ਾਹਰਗ ਜਿਹੜੀ ਸੀ ਉਹ ਸ਼ਾਇਦ ਅਜੇ ਚੱਲ ਰਹੀ ਸੀ। ਨਾਲ ਜਿਹੜੇ ਸਿੰਘ ਸਨ, 3-4 ਸਿੰਘ ਜਿਹੜੇ ਨਾਲ ਸਨ, ਉਹਨਾਂ ਨੇ ਕਿਹਾ ਬਾਬਾ ਜੀ ਤੁਸੀਂ ਤਾਂ ਪ੍ਰਣ ਕੀਤਾ ਸੀ ਕਿ ਮੈਂ ਧੰਨ ਗੁਰੂ ਰਾਮਦਾਸ ਜੀ ਦੇ ਚਰਨਾਂ ਵਿੱਚ ਜਾ ਕੇ ਆਪਣਾ ਸੀਸ ਜਿਹੜਾ ਪੇਟ ਕਰਨਾ, ਅਤੇ ਅਜੇ ਤਾਂ ਅੱਗੋਂ ਰਸਤਾ ਰਹਿੰਦਾ, ਅਤੇ ਤੁਸੀਂ ਹੁਣੇ ਹੀ ਸਾਨੂੰ ਫਤਿਹ ਬੁਲਾਉਣ ਲੱਗ ਪਏ ਹੋ। ਇਹ ਕੀ ਗੱਲ? ਤੁਸੀਂ ਜੋ ਪ੍ਰਣ ਕੀਤਾ ਸੀ, ਮਹਾਰਾਜ ਦੀ ਅੱਗੇ ਅਰਦਾਸ ਕੀਤੀ ਸੀ, ਅਤੇ ਕਿਆ ਉਹ ਤੁਹਾਡੀ ਅਰਦਾਸ ਪੂਰੀ ਨਹੀਂ ਹੋਏਗੀ? ਲੇਕਿਨ ਬਾਬਾ ਜੀ ਨੇ ਕਿਹਾ ਨਹੀਂ, ਉਹ ਅਰਦਾਸ ਪੂਰੀ ਹੋਏਗੀ। ਮੇਰਾ ਸਿਰ ਜਿਹੜਾ ਹੈ ਉਹ ਧੰਨ ਗੁਰੂ ਰਾਮਦਾਸ ਦੇ ਚਰਨਾਂ ਵਿੱਚ ਹੀ ਜਾਏਗਾ। ਸੋ ਉੱਥੋਂ ਅਜੇ ਵੀ ਅੱਗੇ ਹੋਰ ਚਲੇ ਜਾ ਰਹੇ ਸਨ, ਅਤੇ ਅੱਗੇ ਜਾ ਕੇ ਜਿੱਥੇ ਹੁਣ ਅਸੀਂ ਜਾਂਦੇ ਹਾਂ, ਦਰਸ਼ਨ ਕਰਦੇ ਹਾਂ, ਸ਼ਹੀਦਾਂ ਦਾ ਗੁਰਦੁਆਰਾ ਜਿਹਨੂੰ ਅਸੀਂ ਕਹਿ ਦਿੰਦੇ ਹਾਂ। ਔਰ ਉਸ ਜਗ੍ਹਾ ਦੇ ਤੱਕ ਜਦੋਂ ਪਹੁੰਚ ਗਏ, ਅਤੇ ਉਸ ਤੋਂ ਬਾਅਦ ਬਾਬਾ ਜੀ ਨੇ ਆਪਣਾ ਸੀਸ ਨੂੰ ਹੱਥ ਦੇ ਉੱਤੇ ਟਿਕਾਇਆ, ਹੱਥ ਉੱਤੇ ਟਿਕਾ ਕੇ ਔਰ ਇਤਨੀ ਜ਼ੋਰ ਦੀ ਉੱਥੋਂ ਸੁੱਟਿਆ ਕਿ ਉਹ ਸੀਸ ਜਿਹੜਾ ਸੀ ਉਹ ਬਾਬਾ ਦਰਬਾਰ ਸਾਹਿਬ ਦੀ ਪਰਿਕਰਮਾ ਵੀ ਜਾ ਕੇ ਡਿੱਗਿਆ। ਪਰਿਕਰਮਾ ਵਿੱਚ ਜਦੋਂ ਅਸੀਂ ਜਾਂਦੇ ਹਾਂ, ਪਰਿਕਰਮਾ ਕਰਦੇ ਹਾਂ, ਅਤੇ ਉਸ ਦੇ ਵਿੱਚ ਬਾਬਾ ਦੀਪ ਸਿੰਘ ਦਾ ਸਥਾਨ ਬਣਿਆ ਹੋਇਆ। ਸਭ ਨੂੰ ਪਤਾ ਹੈ ਕਿ ਉਸ ਸਥਾਨ ਦੇ ਉੱਤੇ ਸੀਸ ਉਹਨਾਂ ਦਾ ਆ ਕੇ ਡਿੱਗਿਆ ਸੀ, ਔਰ ਉਹ ਆਪਣਾ ਵਚਨ ਜਿਹੜਾ ਸੀ ਉਹ ਪੂਰਾ ਕਰਕੇ ਸ਼ਹੀਦੀ ਪਾ ਗਏ। ਜਿਸ ਜਗ੍ਹਾ 'ਤੇ ਸੀਸ ਡਿੱਗਿਆ ਸੀ ਉਸ ਜਗ੍ਹਾ 'ਤੇ ਉਹਨਾਂ ਦੀ ਯਾਦਗਾਰ ਪਰਿਕਰਮਾ ਵਿੱਚ ਹੈ। ਔਰ ਕੋਈ ਬੰਦਾ ਐਸਾ ਨਹੀਂ ਜਿਹੜਾ ਕਿ ਉਸ ਜਗ੍ਹਾ ਦੇ ਉੱਤੇ ਨਤਮਸਤਕ ਨਾ ਹੁੰਦਾ ਹੋਵੇ। ਜਦੋਂ ਅਸੀਂ ਪਰਿਕਰਮਾ ਜਾਂਦੇ ਹਾਂ ਅਤੇ ਉਸ ਜਗ੍ਹਾ 'ਤੇ ਜ਼ਰੂਰ ਅਸੀਂ ਮੱਥਾ ਟੇਕਦੇ ਹਾਂ। ਦੂਸਰੀ ਗੱਲ ਕਿ ਜਿੱਥੇ ਉਹਨਾਂ ਦਾ ਸੰਸਕਾਰ ਕੀਤਾ ਗਿਆ ਸੀ ਉਸ ਜਗ੍ਹਾ 'ਤੇ ਜਿਹੜਾ ਗੁਰਦੁਆਰਾ ਹੈ ਸ਼ਹੀਦਗੰਜ, ਉਹ ਇਤਨਾ ਪਪੂਲਰ, ਇਤਨੀ ਉਸ ਜਗ੍ਹਾ ਦੇ ਉੱਤੇ ਸੰਗਤ ਜਾਂਦੀ ਹੈ ਕਿ ਸ਼ਾਇਦ ਹਰਿਮੰਦਰ ਸਾਹਿਬ ਤੋਂ ਬਾਅਦ ਦੂਸਰੇ ਨੰਬਰ 'ਤੇ ਰੌਣਕ ਵਾਲਾ ਗੁਰਦੁਆਰਾ ਸ਼ਹੀਦਾਂ ਦਾ ਹੀ ਹੈ। ਸੋ ਉੱਥੇ ਸਾਰੀ ਸੰਗਤ ਜਾਂਦੀ ਹੈ। ਔਰ ਸਾਰੇ ਸੰਗਤ ਕਿਸ ਵਾਸਤੇ ਜਾਂਦੀ ਹੈ? ਬਾਬਾ ਜੀ ਦੀ ਸ਼ਹੀਦੀ ਨੂੰ ਨਤਮਸਤਕ ਹੋਣ ਵਾਸਤੇ, ਉਹਨਾਂ ਦੀ ਸ਼ਹੀਦੀ ਨੂੰ, ਉਹਨਾਂ ਦੀ ਸਦਕਾ ਨੂੰ ਯਾਦ ਕਰਨ ਵਾਸਤੇ, ਉਹਨਾਂ ਦੀ ਸ਼ਹੀਦੀ ਦੀ ਗੱਲ ਸੁਣਨ ਵਾਸਤੇ, ਗੱਲ ਕਰਨ ਵਾਸਤੇ ਅਸੀਂ ਲੋਕ ਉੱਥੇ ਜਾਂਦੇ ਹਾਂ। ਔਰ ਅਸੀਂ ਹੈਰਾਨ ਹੋ ਜਾਂਦੇ ਹਾਂ ਕਿ ਉਹਨਾਂ ਨੇ ਕਿਸ ਤਰੀਕੇ ਦੇ ਨਾਲ ਆਪਣਾ ਪ੍ਰਣ ਪੂਰਾ ਕੀਤਾ, ਕਿਸ ਤਰੀਕੇ ਨਾਲ ਗੁਰਬਾਣੀ ਦੀ ਤੁਕ ਨੂੰ ਸਾਰਥਕ ਕੀਤਾ ਕਿ ਜੋ ਤੋ ਪ੍ਰੇਮ ਖੇਲਣ ਕਾ ਚਾਓ, ਸਿਰ ਤਰ ਤਲੀ ਗਲੀ ਮੁਰਿਆਓ। ਐਕਚੁਅਲੀ ਹੱਥਾਂ ਦੇ ਉੱਤੇ ਸਿਰ ਰੱਖ ਕੇ, ਔਰ ਗੁਰੂ ਮਹਾਰਾਜ ਦੀ ਗਲੀ ਕਿਹੜੀ ਸੀ? ਗੁਰੂ ਰਾਮਦਾਸ ਜੀ ਦੀ ਗਲੀ ਕਿਹੜੀ ਸੀ, ਜਿਸ ਨੂੰ ਅਸੀਂ ਹੁਣ ਪਰਿਕਰਮਾ ਕਹਿੰਦੇ ਹਾਂ ਹਰਿਮੰਦਰ ਸਾਹਿਬ ਦੇ ਬਾਅਦ। ਪਰ ਉਸ ਲੜਾਈ ਤੋਂ ਬਾਅਦ ਫਿਰ ਇਹ ਸੀ ਕਿ ਉਹਨਾਂ ਦੇ ਮੁਗਲਾਂ ਦੇ ਜਿਹੜੇ ਹੌਸਲੇ ਸੀ ਉਹ ਵੀ ਖਤਮ ਹੋ ਗਏ। ਉਹਨਾਂ ਨੇ ਉਸ ਤੋਂ ਬਾਅਦ ਉਸ ਹਮਲਾ ਨਹੀਂ ਕੀਤਾ। ਔਰ ਸਮਾਂ ਪਾ ਕੇ ਗੁਰਸਿੱਖਾਂ ਨੇ ਫਿਰ ਦੁਬਾਰਾ ਸੇਵਾ ਕਰਕੇ, ਫਿਰ ਸਫਾਈ ਕਰਕੇ, ਫਿਰ ਉਸ ਜਗ੍ਹਾ ਨੂੰ ਸੁਰਜੀਤ ਕੀਤਾ। ਉਸ ਜਗ੍ਹਾ ਦੇ ਉੱਤੇ ਫਿਰ ਦੁਬਾਰਾ ਦੇਖੋ, ਹੁਣ ਜਿਹੜਾ ਹੈ ਹਰਿਮੰਦਰ ਸਾਹਿਬ ਅਸੀਂ ਦਰਸ਼ਨ ਕਰਦੇ ਹਾਂ। ਦੁਨੀਆ 'ਚ ਕੋਈ ਬੰਦਾ ਐਸਾ ਨਹੀਂ ਜਿਹੜਾ ਕਿ ਅੰਮ੍ਰਿਤਸਰ ਆਏ, ਇੰਡੀਆ ਵਿੱਚ ਆਏ, ਬਲਕਿ ਬਾਹਰ ਵਾਲੇ ਲੋਕ ਜਿਹੜੇ ਨੇ, ਇੰਡੀਆ ਜਿਹੜਾ ਵੀ ਆਏਗਾ, ਕੋਈ ਗੁਰਸਿੱਖ, ਕੋਈ ਗੁਰੂ ਨਾਨਕ ਨਾਮ ਲੇਵਾ, ਉਹ ਜ਼ਰੂਰ ਅੰਮ੍ਰਿਤਸਰ ਜਾਏਗਾ ਔਰ ਉਹ ਜ਼ਰੂਰ ਜਾ ਕੇ ਹਰਿਮੰਦਰ ਸਾਹਿਬ ਦੇ ਦਰਸ਼ਨ ਕਰੇਗਾ ਔਰ ਸ਼ਹੀਦਾਂ ਦੇ ਸਥਾਨ ਦੇ ਉੱਤੇ ਵੀ ਜ਼ਰੂਰ ਦਰਸ਼ਨ ਕਰੇਗਾ। ਸੋ ਇਹ ਪੁਰਾਤਨ ਸ਼ਹੀਦਾਂ ਦੀਆਂ ਕਹਾਣੀਆਂ ਸੁਣ ਕੇ ਅਸੀਂ ਕਈ ਵਾਰੀ ਬੜੇ ਹੈਰਾਨ ਹੋ ਜਾਂਦੇ ਹਾਂ ਕਿ ਇਹੋ ਜਿਹੇ ਕੌਤਕ ਵਾਪਰੇ ਨੇ ਜਿਹੜਾ ਕਿ ਸਾਡੀ ਇਮੈਜੀਨੇਸ਼ਨ ਤੋਂ ਬਾਹਰ ਨੇ। ਅਸੀਂ ਸਮਝਦੇ ਹਾਂ ਕਿ ਹੋ ਨਹੀਂ ਸਕਦਾ, ਲੇਕਿਨ ਗੁਰੂ ਸਮਰੱਥ ਹੈ। ਗੁਰੂ ਦੇ ਉਹਨਾਂ ਦੇ ਕੀਤਿਆਂ ਕਿਹੜਾ ਕੰਮ ਨਹੀਂ ਹੋ ਸਕਦਾ। ਪ੍ਰਭ ਪਾਵੇ ਬਿਨ ਸਾਸ ਤੇ ਰਾਖੇ। ਸੋ ਉਹਨਾਂ ਨੇ ਆਪਣੇ ਸੇਵਕ ਦੀ ਪੈਜ ਰੱਖੀ
ਉਹਨਾਂ ਦਾ ਮਿਸ਼ਨ ਪੂਰਾ ਕੀਤਾ। ਉਹਨਾਂ ਦੀ ਸ਼ਹੀਦੀ ਜਿਹੜੀ ਹੈ ਉਹ ਆਪਣੇ ਦਰਬਾਰ ਸਾਹਿਬ ਦੀ ਪਰਿਕਰਮਾ ਵਿੱਚ ਹੀ ਜਾ ਕੇ ਹੋਈ, ਔਰ ਜਿਸ ਕੰਮ ਵਾਸਤੇ ਉਹ ਆਏ ਸਨ ਉਹ ਕੰਮ ਸਫਲ ਹੋਇਆ। ਦਰਬਾਰ ਸਾਹਿਬ ਦੀ ਮੁੜ ਕੇ ਉਸਾਰੀ ਹੋਈ, ਮੁੜ ਕੇ ਸਰੋਵਰ ਨੂੰ ਸਾਫ਼ ਕੀਤਾ ਗਿਆ, ਮੁੜ ਕੇ ਲੋਕਾਂ ਦੇ ਵਾਸਤੇ ਇਹ ਸਾਰਾ ਜਿਹੜਾ ਸਥਾਨ ਜਿਹੜਾ ਉਹ ਸਥਾਨ ਬਣਾਇਆ ਗਿਆ। ਔਰ ਅੱਜ ਤੱਕ ਖੈਰ ਉਸ ਦੀ ਚੜ੍ਹਦੀ ਕਲਾ ਦਾ ਕੋਈ ਹਿਸਾਬ ਹੀ ਨਹੀਂ ਹੈ। ਦਰਬਾਰ ਸਾਹਿਬ ਦੀ ਚੜ੍ਹਦੀ ਕਲਾ, ਉੱਥੋਂ ਦੀ ਸੰਗਤ ਦੀ ਆਵਾਜਾਈ, ਉੱਥੇ ਕਿਤਨੀ ਸੰਗਤ ਜਾਂਦੀ ਹੈ, ਉੱਥੇ ਕਿਸ ਤਰੀਕੇ ਦੇ ਨਾਲ ਰੌਣਕਾਂ ਲੱਗਦੀਆਂ ਨੇ, ਕਿਸ ਤਰੀਕੇ ਨਾਲ ਉੱਥੋਂ ਹੁਕਮ ਜਾਰੀ ਹੁੰਦੇ ਨੇ, ਔਰ ਇਤਨਾ ਵੱਡਾ ਜੋ ਸਿੱਖੀ ਦਾ ਕੇਂਦਰ ਬਣ ਗਿਆ, ਉਸ ਦੇ ਵਿੱਚ ਬਾਬਾ ਦੀਪ ਸਿੰਘ ਦੇ ਖੂਨ, ਬਾਬਾ ਦੀਪ ਸਿੰਘ ਨੇ ਆਪਣਾ ਜੋ ਖੂਨ ਦਿੱਤਾ, ਆਪਣੇ ਨਾਲ ਆਪਣੇ ਹੋਰ ਸਾਥੀਆਂ ਦਾ ਜੋ ਖੂਨ ਬਹਾਇਆ ਸੀ, ਉਸ ਦੀ ਸ਼ਕਤੀ ਵੀ ਉਸ ਦੇ ਨਾਲ ਹੈ। ਗੁਰੂ ਮਹਾਰਾਜ ਦੇ ਵਰਦਾਨ ਵੀ ਉਹਦੇ ਨਾਲ ਨੇ। ਐਵੇਂ ਨਹੀਂ ਉਹ ਜਗ੍ਹਾ ਜਿਹੜੀ ਉਹ ਇਸ ਤਰ੍ਹਾਂ ਬਣ ਗਈ, ਲੇਕਿਨ ਗੁਰੂ ਮਹਾਰਾਜ ਇਤਨੀ ਉਸ ਜਗ੍ਹਾ ਦੇ ਉੱਤੇ ਕਿਤਨੀ ਤਾਕਤ ਹੈ, ਉਸ ਜਗ੍ਹਾ ਦੇ ਉੱਤੇ ਕਿਤਨੇ ਕਰਿਸ਼ਮੇ ਅਜੇ ਵੀ ਹੁੰਦੇ ਨੇ। ਉਹ ਸਾਰੀ ਇਹ ਸਭ ਜੋ ਅਸੀਂ ਹਿਸਟਰੀ ਪੜ੍ਹਦੇ ਹਾਂ, ਸਾਨੂੰ ਪਤਾ ਲੱਗਦਾ ਕਿ ਉਸ ਦੇ ਪਿੱਛੇ ਕਿਤਨੀਆਂ ਕੁਰਬਾਨੀਆਂ ਕੀਤੀਆਂ ਗਈਆਂ ਨੇ, ਜਿਸ ਦਾ ਕੋਈ ਅੰਤ ਨਹੀਂ ਹੈ। ਅਤੇ ਉਹਨਾਂ ਵਿੱਚੋਂ ਜੋ ਅਮਰ ਸ਼ਹੀਦ ਬਾਬਾ ਦੀਪ ਸਿੰਘ ਦਾ ਨਾਮ ਜਿਹੜਾ ਹੈ ਉਹ ਅਸਮਾਨ ਦੇ ਵਿੱਚ ਸਿਤਾਰੇ ਵਕਨ ਚਮਕਦਾ। ਅੱਜ ਅਸੀਂ ਬਹੁਤ ਥੋੜ੍ਹਾ ਸਮਾਂ ਸੀ, ਬਹੁਤ ਥੋੜ੍ਹੀ ਜਿਹੀ ਗੱਲ ਕੀਤੀ ਹੈ। ਬੜੀ ਲੰਬੀ ਉਹਨਾਂ ਦੀ ਲੜਾਈ ਦੀ ਕਥਾ ਸੀ ਜਿਹੜੀ ਕਿ ਹੋ ਨਹੀਂ ਪਾਈ, ਲੇਕਿਨ ਫਿਰ ਵੀ ਸ਼ਾਰਟ ਵਿੱਚ ਕੁਛ ਨਾ ਕੁਛ ਉਹਨਾਂ ਦੇ ਬਾਰੇ ਅਸੀਂ ਜਾਣਨ ਦੀ ਕੋਸ਼ਿਸ਼ ਕੀਤੀ ਕਿ ਉਹਨਾਂ ਨੇ ਆਪਣੀ ਸ਼ਹੀਦੀ ਦੇ ਕੇ ਔਰ ਦੁਨੀਆ ਦੇ ਵਿੱਚ ਕਿਸ ਤਰੀਕੇ ਨਾਲ ਉਹਨਾਂ ਨੇ ਆਪਣਾ ਨਾਮ ਕਮਾਇਆ। ਸੋ ਅੱਜ ਦੇ ਪ੍ਰੋਗਰਾਮ ਦੀ ਇੱਥੇ ਹੀ ਸਮਾਪਤੀ ਹੈ ਜੀ। ਭੁੱਲਾਂ ਚੁੱਕਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।